सिखो शब्द प्यारियो जन्म मरण की टेक। मुख उजल सदा सुखी, नानक सिमरत एक। तरस पया मेहरामत होई, सतगुर सज्जन मिलिया। नानक नाम मिलै तां जीवां, तन मन थीवै हरिया। नानक नाम मिलै तां जीवां, तन मन थीवै हरिया। चवर तखत ਸਿੰਘਾਸਨ ਦੇ ਮਾਲਕ ਗੁਰੂਦੇਵ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਬੜੇ ਪਿਆਰ ਸਤਿਕਾਰ ਨਾਲ ਗੁਰੂ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਅਦਬ, ਬੜੇ ਸਤਿਕਾਰ ਸਹਿਤ, ਇਕਾਗਰਤਾ ਨਾਲ ਸ਼ਰਵਣ ਕੀਤੇ ਨੇ। ਸੁਆਓ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ, ਗੁਰਮਤਿ ਵਿਚਾਰ ਨਾਲ ਮਨ ਬਿਰਤੀਆਂ ਇਕਾਗਰ ਕਰੀਏ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਜੋ ਸਾਡੇ ਉੱਤੇ ਅਦੁੱਤੀ ਬਖਸ਼ਿਸ਼ ਮਹਾਰਾਜ ਨੇ ਸਾਨੂੰ ਆਪਸ ਵਿੱਚ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਫਤਿਹ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਨੂੰ ਸਾਂਝਿਆਂ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਮਤਿ ਦੀਵਾਨ ਸਿੱਖ ਪੰਥ ਦੀ ਮਾਇਆ ਨਾਜ਼ ਹਸਤੀ, ਜਿਨ੍ਹਾਂ ਨੇ ਤਕਰੀਬਨ 77 ਸਾਲ ਆਪਣੀ ਜ਼ਿੰਦਗੀ ਦੇ ਗੁਰੂ ਪਾਤਸ਼ਾਹਾਂ ਦੀ ਹਜ਼ੂਰੀ ਵਿੱਚ ਅਤੇ ਦਸਮ ਪਾਤਸ਼ਾਹ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੜਾ ਲੰਬਾ ਵਕਤ, ਲੰਮਾ ਸਮਾਂ ਸਿੱਖ ਪੰਥ ਦੀ ਅਗਵਾਈ ਵਿੱਚ ਅਤੇ ਸੇਵਾ ਵਿੱਚ ਬਤੀਤ ਕੀਤਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਤਿੰਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦੇ ਦੀਵਾਨ ਸੱਜੇ ਨੇ। ਆਪਾਂ ਯਤਨ ਕਰਾਂਗੇ ਸੰਖੇਪ ਜਿਹੇ ਸਮੇਂ ਵਿੱਚ ਉਹਨਾਂ ਦੇ ਜੀਵਨ ਦੀਆਂ ਕੁਝ ਝਲਕੀਆਂ ਆਪਾਂ ਸਾਂਝੀਆਂ ਕਰੀਏ, ਕਿਉਂਕਿ ਸਾਡਾ ਸਭਨਾਂ ਦਾ ਇਹ ਫਰਜ਼ ਬਣਦਾ ਹੈ ਜਿਨ੍ਹਾਂ ਨੇ ਕੌਮ ਨੂੰ ਸਵਾਰਨ ਲਈ ਆਪਣਾ ਆਪ ਕੁਰਬਾਨ ਕੀਤਾ ਹੋਵੇ, ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੋਚ ਉੱਤੇ ਅਮਲ ਕਰਦਿਆਂ ਹੋਇਆਂ, ਪਹਿਰਾ ਦਿੰਦਿਆਂ ਹੋਇਆਂ ਸਮੁੱਚਾ ਜੀਵਨ ਸੰਘਰਸ਼ ਵੀ ਕੀਤਾ ਹੋਵੇ ਅਤੇ ਲੋੜ ਪੈਣ ਦੇ ਉੱਤੇ ਆਪਣਾ ਆਪ ਕੁਰਬਾਨ ਵੀ ਕਰ ਦਿੱਤਾ ਹੋਵੇ। ਐਸੇ ਮਹਾਨ ਸਤਿਪੁਰਖਾਂ ਨੂੰ ਅਸੀਂ ਯਾਦ ਕਰੀਏ ਔਰ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ, ਕਿਉਂਕਿ ਜੀਵਤ ਕੌਮਾਂ ਦੇ ਇਹ ਸੁਭਾਅ ਹੁੰਦੇ ਹਨ ਕਿ ਉਹ ਆਪਣੀ ਤਾਰੀਖ ਨੂੰ ਪੜ੍ਹਦੀਆਂ ਵੀ ਨੇ ਅਤੇ ਚੇਤੇ ਵਿੱਚ ਵੀ ਰੱਖਦੀਆਂ ਨੇ। ਉਹ ਆਪਣੇ ਉਹਨਾਂ ਲੋਕਾਂ ਨੂੰ ਸਦਾ ਹੀ ਯਾਦ ਕਰਦੀਆਂ ਨੇ ਜਿਨ੍ਹਾਂ ਨੇ ਉਸ ਕੌਮ ਨੂੰ ਸਵਾਰਨ ਲਈ, ਉਸ ਕੌਮ ਨੂੰ ਸੁਰੱਖਿਅਤ ਕਰਨ ਲਈ ਅਤੇ ਆਪਣੇ ਅਦੁੱਤੀ ਫਲਸਫੇ ਨੂੰ ਜੀਂਦਿਆਂ ਹੋਇਆਂ ਅਤੇ ਉਹਨੂੰ ਸਥਾਪਿਤ ਕਰਨ ਦੇ ਯਤਨਾਂ ਦੇ ਲਈ ਲੰਮਾ ਸੰਘਰਸ਼ ਕੀਤਾ ਹੁੰਦਾ। ਸਾਡੀ ਅਰਦਾਸ ਦਾ ਰੂਪ ਬਣਾਉਣ ਵਾਲੇ ਵਿਦਵਾਨ ਸਾਡੇ ਬਜ਼ੁਰਗ ਬੜੇ ਇਸ ਪੱਖ ਤੋਂ ਸੁਚੇਤ ਸਨ। ਉਹਨਾਂ ਨੇ ਸਾਡੀ ਅਰਦਾਸ ਵਿੱਚ ਜੋ ਆਪਾਂ ਨਿਤਾ ਪ੍ਰਤੀ ਅਰਦਾਸ ਕਰਦੇ ਹਾਂ,
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਚੇਚੇ ਰੂਪ ਵਿੱਚ ਜ਼ਿਕਰ ਆਇਆ ਹੈ ਬੰਦ ਬੰਦ ਕਟਵਾਉਣ ਵਾਲਿਆਂ। 90 ਸਾਲ ਤੋਂ ਉੱਤੇ ਦੀ ਉਮਰ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ। 1734 ਈਸਵੀ ਵਿੱਚ ਲਾਹੌਰ ਦੇ ਵਿੱਚ, ਉਸ ਵੇਲੇ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ, ਜਿਸ ਨੂੰ ਖਾਨ ਬਹਾਦਰ ਦਾ ਖਿਤਾਬ ਮਿਲਿਆ ਹੋਇਆ ਸੀ, ਉਹ ਸੂਬੇਦਾਰ ਗਵਰਨਰ ਸੀ ਲਾਹੌਰ ਦਾ। ਉਸ ਦੇ ਹੁਕਮਾਂ ਦੇ ਉੱਤੇ ਕਾਜ਼ੀ ਦੇ ਫਤਵੇ ਅਨੁਸਾਰ 90 ਸਾਲ ਤੋਂ ਉੱਤੇ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ ਦੇ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਬੰਦ ਦਾ ਭਾਵ ਹੁੰਦਾ ਹੈ ਸਰੀਰ ਦੇ ਜੋੜ ਕੱਟ ਦੇਣਾ, ਜਿਵੇਂ ਸਾਡੇ ਹੱਥ ਦੀ ਉਂਗਲ ਦੇ ਜੋੜ ਜਿਹਨੂੰ ਆਪਾਂ ਪੋਟੇ ਕਹਿੰਦੇ ਹਾਂ। ਫਿਰ ਸਾਡਾ ਗੁੱਟ ਇੱਕ ਜੋੜ ਹੈ, ਜਿਹੜੇ ਜੁਆਇੰਟਸ ਨੇ ਸਾਡੀ ਬੋਡੀ ਦੇ, ਫਿਰ ਅਰਕ ਹੈ, ਇਹ ਸਾਰੇ ਇਹਨੂੰ ਕਹਿੰਦੇ ਨੇ ਬੰਦ ਕੱਟ ਦੇਣਾ। ਅਜੀਬ ਕਿਸਮ ਦੇ ਫਤਵੇ ਦਿੰਦੇ ਸਨ ਕਾਜੀ, ਕਿਉਂਕਿ ਕਾਜੀ ਜੋ ਵੀ ਕਰਦੇ ਉਹ ਧਰਮ ਦੇ, ਇਸਲਾਮ ਦੇ ਨਾਂ ਦੇ ਉੱਤੇ ਕਰਦੇ। ਇਹ ਉਹਨਾਂ ਦੀ ਸੁਰਤ ਵਿੱਚ ਇੱਕ ਐਸਾ ਕੀੜਾ ਹੈ ਜੋ ਸਦੀਆਂ ਤੋਂ ਹੈ, ਜਿਹੜਾ ਉਹਨਾਂ ਨੂੰ ਹਮੇਸ਼ਾ ਹੀ ਇਹ ਉਕਸਾਹਟ ਪੈਦਾ ਕਰਦਾ ਹੈ ਵੀ ਜਿਹੜਾ ਗੈਰ ਮੁਸਲਮਾਨ ਹੈ ਉਹ ਕਾਫਰ ਹੈ। ਕਾਫਰ ਨੂੰ ਜਾਂ ਦੀਨ ਵਿੱਚ ਲੈ ਕੇ ਆਓ ਅਤੇ ਜਾਂ ਫਿਰ ਕਾਫਰ ਨਾਲ ਸਿੱਝੋ, ਦੋਵੇਂ ਕੰਮ ਹੀ ਪੁੰਨ ਦੇ ਕੰਮ ਨੇ। ਜੇ ਤੁਸੀਂ ਕਾਫਰ ਨੂੰ ਆਪਣੇ ਦੀਨ ਵਿੱਚ ਲੈ ਆਏ ਤੇ ਤਾਂ ਵੀ ਤੁਹਾਨੂੰ ਸਵਾਬ ਪੁੰਨ ਮਿਲੇਗਾ, ਇਹ ਤੁਹਾਡੇ ਪੁੰਨ ਦੇ ਖਾਤੇ ਵਿੱਚ ਇੱਕ ਪੁੰਨ ਹੋਏਗਾ। ਅਤੇ ਜੇ ਤੁਸੀਂ ਕਾਫਰ ਦਾ ਨਾਮੋ ਨਿਸ਼ਾਨ ਮਿਟਾ ਲਿਆ ਤਾਂ ਤਾਂ ਵੀ ਤੁਹਾਡੇ ਲਈ ਪੁੰਨ ਹੈ। ਤੋ ਗੈਰ ਮੁਸਲਮਾਨ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਅਤੇ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਹੈ ਤੰਗ ਦਿਲੀ ਅਤੇ ਕੱਟੜ ਸੋਚ ਦੇ ਵਿੱਚੋਂ ਪੈਦਾ ਹੋਇਆ। ਅਤੇ ਗੱਲ ਇਕੱਲੀ ਕਾਜ਼ੀਆਂ ਦੀ ਤੰਗ ਦਿਲੀ ਜਾਂ ਕੱਟੜ ਸੋਚ ਦੀ ਨਹੀਂ, ਸਮੇਂ ਦੀ ਜਿਹੜੀ ਸੱਤਾ ਹੈ, ਤਾਕਤ ਹੈ, ਮੁਗਲੀਆ ਸਲਤਨਤ ਹੈ, ਉਹਨੇ ਕੁਝ ਰੁੱਖ ਚੱਜ ਐਸੇ ਅਪਣਾ ਲਏ ਨੇ ਕਿ ਉਹਨਾਂ ਦੇ ਕੀਤੇ ਹੋਏ ਜ਼ੁਲਮ, ਉਹਨਾਂ ਦੇ ਧੱਕੇ, ਉਹਨਾਂ ਦੇ ਅਤਿਆਚਾਰ, ਉਹਨਾਂ ਦੀਆਂ ਬੇਨਿਯਮੀਆਂ ਦੇ ਖਿਲਾਫ ਜਿਹੜਾ ਵੀ ਜ਼ੁਬਾਨ ਖੋਲ੍ਹਦਾ, ਰਾਜੇ ਕਾਜ਼ੀਆਂ ਨੂੰ ਅੱਗੇ ਕਰਕੇ, ਬਾਦਸ਼ਾਹ ਕਾਜ਼ੀਆਂ ਨੂੰ ਅੱਗੇ ਕਰਕੇ, ਸਮੇਂ ਦੇ ਹਾਕਮ ਕਾਜ਼ੀਆਂ ਨੂੰ ਅੱਗੇ ਕਰਕੇ ਧਰਮ ਦਾ ਮਸਲਾ ਘੜ ਲੈਂਦਾ। ਇਹ ਸੰਸਾਰ ਦਾ ਇੱਕ ਮੰਨਿਆ ਪਰਮੰਨਿਆ ਸੱਤ ਹੈ ਕਿ ਹਾਕਮ ਆਪਣੀਆਂ ਕਮਜ਼ੋਰੀਆਂ ਲੁਕਾਉਣ ਵਾਸਤੇ ਧਰਮ ਦਾ ਪੱਤਾ ਅਕਸਰ ਹੀ ਖੇਡ ਲੈਂਦੇ ਨੇ। ਉਹ ਇਹੋ ਜਿਹੇ ਮਸਲੇ ਘੜ ਦਿੰਦੇ ਨੇ ਸੰਸਾਰ ਦੇ ਸਾਹਮਣੇ ਵੀ ਜਿਹੜਾ ਵੀ ਉਹਨਾਂ ਦੀ ਸਥਾਪਤੀ ਦਾ ਵਿਰੋਧ ਕਰਦਾ ਹੈ, ਜਿਹੜਾ ਉਹਨਾਂ ਦੇ ਜ਼ੁਲਮਾਂ ਦਾ ਵਿਰੋਧ ਕਰਦਾ ਹੈ, ਉਹਨੂੰ ਧਰਮ ਵਿਰੋਧੀ ਕਹਿ ਕੇ, ਉਹਨੂੰ ਦੇਸ਼ ਵਿਰੋਧੀ ਕਹਿ ਕੇ, ਉਹਨੂੰ ਮਨੁੱਖਤਾ ਵਿਰੋਧੀ ਕਹਿ ਕੇ ਬੜੇ ਵੱਡੇ ਇਹੋ ਜਿਹੇ ਲੇਬਲ ਲਾ ਕੇ, ਠੱਪੇ ਲਾ ਕੇ ਉਹਨਾਂ ਨੂੰ ਬਦਨਾਮ ਕਰਕੇ ਖ਼ਤਮ ਕਰ ਦਿੱਤਾ ਜਾਂਦਾ। ਗੱਲ ਪਿੱਛੇ ਕੁਝ ਹੋਰ ਹੁੰਦੀ ਹੈ, ਪਰ ਦੁਨੀਆ ਨੂੰ ਵਿਖਾਉਣ ਲਈ ਬਣਾਈ ਕੁਝ ਹੋਰ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦਾ ਜਨਮ 1644 ਈਸਵੀ ਦੇ ਵਿੱਚ ਅਲੀਪੁਰ ਪਿੰਡ ਹੈ। ਪਹਿਲਾਂ ਇਹ ਇਲਾਕਾ ਮੁਲਤਾਨ ਵਿੱਚ ਪੈਂਦਾ ਸੀ। ਏਰੀਆ ਸਾਰਾ ਬੈਲਟ ਜਿਹੜੀ ਉਹ ਮੁਲਤਾਨ ਦੀ, ਅੱਜ ਕੱਲ੍ਹ ਇਹ ਪਾਕਿਸਤਾਨ ਦਾ ਜ਼ਿਲ੍ਹਾ ਹੈ ਮੁਜ਼ੱਫਰਗੜ੍ਹ। ਭਾਈ ਮਾਈ ਦਾਸ ਦੇ ਗ੍ਰਹਿ ਵਿਖੇ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ। ਬਚਪਨ ਵਿੱਚ ਨਾਂ ਮਨੀਆਂ ਰੱਖਿਆ ਗਿਆ, ਜਿਵੇਂ ਆਮ ਪਿੰਡਾਂ ਵਿੱਚ ਨਾਂ ਰੱਖੇ ਜਾਂਦੇ ਨੇ। ਇਸ ਖਾਨਦਾਨ ਦਾ ਵਡੇਰਾ ਬਜ਼ੁਰਗ ਜਿਹੜਾ ਇਹਨਾਂ ਦਾ ਦਾਦਾ, ਉਹਦਾ ਨਾਂ ਸੀ ਭਾਈ ਬੱਲੂ ਰਾਏ। 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਪੀਰੀ ਮੀਰੀ ਦੇ ਮਾਲਕ ਸਤਿਗੁਰੂ ਨੇ ਜਿਸ ਵੇਲੇ ਆਪਣੀ ਫੌਜ ਬਣਾਈ ਤੇ ਭਾਈ ਬੱਲੂ ਰਾਓ ਉਸ ਫੌਜ ਵਿੱਚ ਬਤੌਰ ਇੱਕ ਕਮਾਂਡਰ ਭਰਤੀ ਹੋਏ। ਉਹ ਗੁਰੂ ਮਹਾਰਾਜ ਦੀ ਸਿੱਖੀ ਨੂੰ ਮੰਨਣ ਵਾਲੇ ਸਨ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫੌਜ ਵਿੱਚ ਵੀ ਉਹਨਾਂ ਨੇ ਆਪਣਾ ਨਾਮ ਲਿਖਾਇਆ ਵੀ ਜ਼ਰੂਰਤ ਪੈਣ 'ਤੇ, ਲੋੜ ਪੈਣ ਦੇ ਉੱਤੇ ਜੇ ਮੇਰੀ ਲੋੜ ਪਵੇ ਤਾਂ ਮੈਂ ਹਾਜ਼ਰ ਹਾਂ। ਭਾਈ ਬੱਲੂ ਰਾਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਵਿੱਚ ਗਾਏ ਬਗਾਏ ਹਾਜ਼ਰ ਵੀ ਹੁੰਦੇ, ਲੋੜ ਪੈਣ ਦੇ ਉੱਤੇ ਜਦੋਂ ਹਾਲਾਤ ਵਿਗੜਦੇ ਤੇ ਆਉਂਦੇ ਵੀ। ਉਹ ਚੰਗੇ ਹਥਿਆਰਬੰਦ ਔਰ ਬੜੇ ਜਬੇ ਨਾਲ, ਬੜੇ ਬਹਾਦਰ ਔਰ ਸੂਰਬੀਰ ਸਨ। ਸ਼ਸਤਰ ਵਿੱਦਿਆ ਦੇ ਚੰਗੇ ਜਾਣੂ ਸਨ, ਮਾਰਸ਼ਲ ਆਰਟ ਦੇ ਚੰਗੇ ਜਾਣੂ ਸਨ
ਤੇ ਗਾਏ ਬਗਾਏ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਕੇ ਉਹ ਨੌਜਵਾਨਾਂ ਨੂੰ ਸਿਖਲਾਈ ਵੀ ਦਿੰਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ 4 ਵੱਡੀਆਂ ਤੇ ਇੱਕ ਛੋਟੀ ਤਕਰੀਬਨ 5 ਕੁ ਜੰਗਾਂ ਲੜੀਆਂ ਨੇ। ਉਹਨਾਂ ਵਿੱਚੋਂ ਇੱਕ ਜੰਗ ਮਹਾਰਾਜ ਨੇ 1634 ਈਸਵੀ ਦੇ ਵਿੱਚ ਅੰਮ੍ਰਿਤਸਰ ਲੜੀ ਹੈ। ਅੰਮ੍ਰਿਤਸਰ ਵਿੱਚ ਇੱਕ ਬੜੀ ਵੱਡੀ ਸਿੱਖਾਂ ਦੀ ਸੰਸਥਾ ਐਜੂਕੇਸ਼ਨ ਜਿੱਥੋਂ ਮਿਲਦੀ ਹੈ, ਖਾਲਸਾ ਕਾਲਜ। ਇਹ ਬੜੀ ਇਤਿਹਾਸਕ ਸੰਸਥਾ ਹੈ। ਇਹ ਉਹ ਮੈਦਾਨ ਸੀ ਜਿੱਥੇ ਜੰਗ ਹੋਈ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਫੌਜ ਸਿੱਖਾਂ ਦਾ ਸਾਹਮਣਾ ਲਾਹੌਰ ਤੋਂ ਆਈ ਹੋਈ ਫੌਜ ਮੁਖਲਿਸ ਖਾਂ ਦੀ ਫੌਜ ਨਾਲ ਹੋਇਆ। ਇਹ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਲੜੀ ਗਈ ਇਸ ਜੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਾ ਇੱਕ ਵੈਸੇ 11 ਭੱਟਾਂ ਦੀ ਬਾਣੀ ਹੈ ਤੇ ਭੱਟ ਕੀਰਤ ਜੀ ਦਾ ਸਵਈਆ ਆਪਾਂ ਕਿਉਂਕਿ ਸਭਨਾਂ ਨੂੰ ਯਾਦ ਹੈ ਤਕਰੀਬਨ। ਹਮੇ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਅਸੀਂ ਬਹੁਤ ਘੱਟ ਜਾਣੂ ਆ ਇਸ ਗੱਲ ਤੋਂ ਵੀ ਭੱਟ ਕੀਰਤ ਜੀ ਵੀ ਅੰਮ੍ਰਿਤਸਰ ਦੀ ਇਸ ਜੰਗ ਦੇ ਵਿੱਚ ਇਸੇ ਧਰਤੀ ਦੇ ਉੱਤੇ 1634 ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਸਿੱਖ ਫੌਜ ਵੱਲੋਂ ਲੜਦਿਆਂ ਹੋਇਆਂ ਲਾਹੌਰ ਦੀ ਫੌਜ ਨਾਲ ਸ਼ਹੀਦ ਹੋਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸ਼ਹੀਦ ਮਹਾਂਪੁਰਖਾਂ ਦੀ ਬਾਣੀ ਵੀ ਦਰਜ ਹੈ। ਭੱਟ ਕੀਰਤ ਜੀ ਦਾ ਨਾਮ ਵੀ ਸ਼ਹੀਦਾਂ ਵਿੱਚ ਆਉਂਦਾ ਹੈ। ਭੱਟ ਮਥੁਰਾ ਜੀ ਦਾ ਨਾਮ ਵੀ ਸ਼ਹੀਦਾਂ ਵਿੱਚ ਆਉਂਦਾ ਹੈ। ਔਰ ਤੁਸੀਂ ਵੇਖੋ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਸ ਜੰਗ ਵਿੱਚ ਅਗਵਾਈ ਕਰਦਿਆਂ ਹੋਇਆਂ ਸਿੱਖ ਫੌਜੀਆਂ ਦੀ ਇੱਕ ਟੁਕੜੀ ਦੀ ਭਾਈ ਬੱਲੂ ਜੀ ਸ਼ਹੀਦ ਹੋ ਗਏ, ਭਾਈ ਮਨੀ ਸਿੰਘ ਜੀ ਦੇ ਦਾਦਾ। ਔਰ ਇਹਨਾਂ ਦੇ ਪਿਤਾ ਭਾਈ ਮਾਈ ਦਾਸ ਸਭ ਤੋਂ ਪਹਿਲਾਂ ਇਹਨਾਂ ਨੂੰ 7ਵੇਂ ਪਾਤਸ਼ਾਹ ਕਿਉਂਕਿ ਕੀਰਤਪੁਰ ਨਿਵਾਸ ਰੱਖਦੇ ਸਨ ਗੁਰੂ ਹਰਰਾਏ ਸਾਹਿਬ, ਉਹਨਾਂ ਦੀ ਹਜ਼ੂਰੀ 'ਚ ਲੈ ਕੇ ਆਏ ਤੇ ਇਹਨਾਂ ਨੂੰ ਉੱਥੇ ਹੀ ਛੱਡਿਆ। ਗੁਰਮੁਖੀ ਦੀ ਵਿੱਦਿਆ ਉੱਥੋਂ ਮਹਾਰਾਜ ਦੀ ਸੰਗਤ ਵਿੱਚੋਂ ਇਹਨਾਂ ਨੇ ਲਈ। ਸਮੇਂ ਦੇ ਨਾਲ ਵਕਤ ਨਾਲ ਅਸੀਂ ਬਹੁਤ ਕੁਝ ਕੌਮੀ ਤੌਰ 'ਤੇ ਵਿਸਾਰ ਦਿੱਤਾ। ਜਿੰਨਾ ਕਾਰਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਨਵਾਇਰਮੈਂਟ ਲਈ ਕੀਤਾ ਹੈ, ਜੰਗਲੀ ਜਾਨਵਰਾਂ ਨੂੰ ਸਾਂਭਣ ਲਈ ਕੀਤਾ ਹੈ, ਬਾਗ ਬਗੀਚੇ ਅਤੇ ਜੰਗਲ ਲਾਉਣ ਦਾ ਕੀਤਾ ਹੈ, ਅਸੀਂ ਬਹੁਤ ਘੱਟ ਇਹਨਾਂ ਚੀਜ਼ਾਂ ਨੂੰ ਪੜ੍ਹਦੇ ਅਤੇ ਵਿਚਾਰਦੇ ਹਾਂ। ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਵਕਤ ਕੀਰਤਪੁਰ ਦੇ ਵਿੱਚ ਇੱਕ ਬਾਗ ਕਮਾਲ ਹਰ ਤਰ੍ਹਾਂ ਦੇ ਸਾਧਨਾਂ ਨਾਲ ਲੈਸ ਦਵਾਖਾਨਾ ਮੌਜੂਦ ਸੀ, ਜਿੱਥੋਂ ਹਰ ਇੱਕ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਦਵਾਈ ਦਿੱਤੀ ਜਾਂਦੀ ਸੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਅਤੇ ਧੰਨ ਗੁਰੂ ਹਰਰਾਏ ਸਾਹਿਬ ਜੀ ਦੀ ਸੋਹਬਤ ਅਤੇ ਸੰਗਤ ਵਿੱਚ ਭਾਈ ਮਨੀਆਂ ਜੀ ਪ੍ਰਵਾਨ ਚੜ੍ਹੇ। ਸਤਿਗੁਰੂ ਨੇ ਗੁਰਮੁਖੀ ਦੀ ਵਿੱਦਿਆ ਦਿੱਤੀ, ਸ਼ਸਤਰ ਵਿੱਦਿਆ ਦਵਾਈ, ਹੋਰ ਸੇਵਾਵਾਂ ਕਰਨ ਲੱਗ ਪਏ। ਇੰਨੇ ਪ੍ਰਚੰਡ ਹੋ ਗਏ ਵਿੱਦਿਆ ਦੇ ਵਿੱਚ ਵੀ ਘੋੜ ਸਵਾਰੀ, ਸ਼ਸਤਰ ਵਿੱਦਿਆ, ਇਹ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਉਹ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਕਰਦੇ, ਕਿਉਂਕਿ ਪੁਰਾਣੇ ਸਮੇਂ 'ਚ ਅੱਜ ਵਾਂਗ ਪ੍ਰਿੰਟ ਪ੍ਰੈਸਾਂ ਨਹੀਂ ਸਨ ਹੁੰਦੀਆਂ ਅਤੇ ਉਹਨਾਂ ਸਮੇਂ 'ਚ ਹੱਥ ਨਾਲ ਹੀ ਲਿਖਾਈਆਂ ਕੀਤੀਆਂ ਜਾਂਦੀਆਂ ਸਨ ਗ੍ਰੰਥਾਂ ਦੀਆਂ, ਕਿਤਾਬਾਂ ਦੀਆਂ। ਪਰ ਤੁਸੀਂ ਖਿਆਲ ਰੱਖਣਾ ਵੀ ਜਿਹੜੀ ਧਰਮ ਗ੍ਰੰਥਾਂ ਦੀ ਲਿਖਾਵਟ ਹੁੰਦੀ ਹੈ ਉਹ ਇੰਨੀ ਨਾਰਮਲ ਆਮ ਨਹੀਂ ਹੁੰਦੀ ਜਿੰਨੀ ਆਪਾਂ ਆਮ ਤੌਰ 'ਤੇ ਲਿਖਦੇ ਹਾਂ। ਸਾਡੀ ਲਿਖਤ ਵਿੱਚ ਅੱਖਰਾਂ ਦੀ ਵਾਧ ਘਾਟ ਰਹਿ ਵੀ ਜਾਏ ਤਾਂ ਗੱਲ ਚੱਲ ਜਾਂਦੀ। ਫਿਰ ਜਿਹੜੀ ਧਾਰਮਿਕ ਸਕ੍ਰਿਪਟ ਹੁੰਦੀ ਹੈ ਉਹਨੂੰ ਬੜੇ ਧਿਆਨ ਨਾਲ ਉਹਨੂੰ ਉਹੀ ਬੰਦਾ ਲਿਖਦਾ ਹੈ ਜਿਸ ਨੂੰ ਪਤਾ ਹੈ ਵੀ ਇਹ ਸੈਂਟੈਂਸ ਕਿਵੇਂ ਦਾ, ਜਿਹਨੂੰ ਵਾਕਫੀਅਤ ਹੈ। ਨਹੀਂ ਤਾਂ ਅਸ਼ੁੱਧੀਆਂ ਜਿਹੜੀਆਂ ਨੇ, ਗਲਤੀਆਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਵੱਧਦੀਆਂ ਸਕ੍ਰਿਪਟ ਦਾ ਰੂਪ ਬਦਲ ਦਿੰਦੀਆਂ ਨੇ। ਕਿਉਂਕਿ ਸਾਡੀ ਇੱਕ ਅੱਧੀ ਲਿਖਤ ਜਿਹੜੀ ਉਹ ਕਿਸੇ 4 ਬੰਦਿਆਂ ਨੇ ਪੜ੍ਹਨੀ ਹੁੰਦੀ ਹੈ। ਧਰਮ ਗ੍ਰੰਥਾਂ ਨੂੰ ਸਦੀਆਂ ਤੱਕ ਲੋਕਾਂ ਨੇ ਪੜ੍ਹਨਾ ਹੁੰਦਾ। ਇੱਕ ਵਾਰ ਸਕ੍ਰਿਪਟ ਵਿੱਚ ਗਲਤੀ ਹੋ ਗਈ, ਦੁਬਾਰਾ ਗਲਤੀ ਕਰਨ ਵਾਲਾ 4 ਹੋਰ ਕਰੇਗਾ, ਦੁਬਾਰਾ 4 ਹੋਰ ਕਰੇਗਾ। 50-60 ਸਾਲਾਂ ਵਿੱਚ ਇੰਨੇ ਰੂਪ ਬਦਲ ਜਾਣਗੇ ਉਸਦੇ ਕਿ ਗੱਲ ਸਮਝ ਨਹੀਂ ਆਏਗੀ ਵੀ ਲਿਖਿਆ ਕੀ ਗਿਆ ਸੀ, ਇਹਦਾ ਮੀਨਿੰਗ, ਇਹਦਾ ਮਤਲਬ ਕੀ ਹੈ। ਸਕ੍ਰਿਪਟ ਦਾ ਹੀ ਤਾਂ ਮਤਲਬ ਨਿਕਲਣਾ ਹੁੰਦਾ ਹੈ। ਅਤੇ ਜਿਨ੍ਹਾਂ ਨੇ ਬਾਣੀ ਆਪਣੇ ਹੱਥੀਂ ਲਿਖਣੀ ਹੁੰਦੀ ਉਹ ਕਿੰਨੇ ਸੂਝਵਾਨ ਚਾਹੀਦੇ ਨੇ, ਜ਼ਰਾ ਅੰਦਾਜ਼ਾ ਲਾ ਕੇ ਵੇਖੋ।
ਕਿੰਨੀ ਨੀਝ ਵਾਲੇ ਚਾਹੀਦੇ ਨੇ। ਉਹਨਾਂ ਨੂੰ ਅੱਖਰਾਂ ਦਾ ਗਿਆਨ ਹੀ ਨਹੀਂ ਬਲਕਿ ਗੁਰਬਾਣੀ ਦੀ ਭਾਸ਼ਾ ਦਾ ਗਿਆਨ ਵੀ ਹੋਣਾ ਚਾਹੀਦਾ, ਗੁਰਬਾਣੀ ਦੇ ਸੈਂਟੈਂਸ ਦਾ ਗਿਆਨ ਵੀ ਹੋਣਾ ਚਾਹੀਦਾ, ਗੁਰਬਾਣੀ ਦੇ ਵਿਆਕਰਨ ਮੁਹਾਵਰੇ ਦਾ ਗਿਆਨ ਵੀ ਹੋਣਾ ਚਾਹੀਦਾ, ਉਹਨਾਂ ਦੀ ਲਿਖਾਵਟ ਵੀ ਖੂਬਸੂਰਤ ਚਾਹੀਦੀ ਹੈ। ਔਰ ਮਿਹਨਤ ਭਰਿਆ ਜੋਖਮ ਭਰਿਆ ਕੰਮ ਹੈ। ਆਪਣੇ ਹੱਥੀਂ ਭਾਈ ਸਾਹਿਬ ਪੋਥੀਆਂ ਲਿਖਦੇ, ਗੁਰਬਾਣੀ ਦਾ ਕੀਰਤਨ ਵੀ ਕਰਦੇ, ਆਲੇ ਦੁਆਲੇ ਦੇ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਲਈ ਵੀ ਜਾਂਦੇ, ਆਉਣ ਵਾਲੀ ਸੰਗਤ ਦੀ ਸੇਵਾ ਵੀ ਆਪਣੇ ਹੱਥੀਂ ਕਰਦੇ। 8ਵੇਂ ਪਾਤਸ਼ਾਹ ਮਹਾਰਾਜ ਦਾ ਦੌਰ ਆਇਆ ਤਾਂ ਉੱਥੇ ਵੀ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਰਹੇ। 9ਵੇਂ ਪਾਤਸ਼ਾਹ ਮਹਾਰਾਜ ਵੇਲੇ ਭਾਈ ਮਨੀ ਸਿੰਘ ਜੀ ਨੂੰ ਦੀਵਾਨ ਦੀ ਪਦਵੀ ਗੁਰੂ ਦਰਬਾਰ ਵਿੱਚ ਮਿਲੀ, ਜਿਹਨੂੰ ਆਪਾਂ ਸੈਕਟਰੀ ਕਹਿ ਦਿੰਦੇ ਹਾਂ। ਗੁਰੂ ਸਾਹਿਬ ਜੀ ਦੇ ਵਕਤ ਦੋ ਤਰ੍ਹਾਂ ਦੇ ਦੀਵਾਨ ਸੈਕਟਰੀ ਹੁੰਦੇ ਸਨ। ਇੱਕ ਪਰਿਵਾਰ ਦਾ ਹਿਸਾਬ ਕਿਤਾਬ ਰੱਖਣ ਵਾਲੇ, ਪਰਿਵਾਰਕ ਜ਼ਿੰਮੇਵਾਰੀਆਂ ਦੇ ਲਈ, ਤੇ ਇੱਕ ਸੀ ਸੰਗਤੀ ਗੁਰੂ ਦਰਬਾਰ ਦੀ ਜ਼ਿੰਮੇਵਾਰੀ ਲਈ। ਭਾਈ ਮਨੀ ਸਿੰਘ ਜੀ ਨੂੰ ਸੈਕਟਰੀ ਦੀ ਦੀਵਾਨ ਦੀ ਪਦਵੀ 'ਤੇ ਮੁਕਰਰ ਕੀਤਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ। ਸਾਨੂੰ ਮੁਕੰਮਲ ਤਸਵੀਰ ਉਹ ਤਾਂ ਦਿਸਦੀ ਹੈ ਜੇ ਅਸੀਂ 7ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਜੀਵਨ ਕਾਲ ਦਾ ਇਤਿਹਾਸ ਪੜ੍ਹੀਏ। ਕਿਹੜੀਆਂ ਕਿਹੜੀਆਂ ਘਟਨਾਵਾਂ ਵਾਪਰੀਆਂ, ਕਿੰਨਾ ਕਿੰਨਾ ਘਟਨਾਵਾਂ 'ਚ ਭਾਈ ਮਨੀ ਸਿੰਘ ਜੀ ਸ਼ਾਮਲ ਰਹੇ, ਕੀ ਕੁਝ ਇਤਿਹਾਸ ਵਿੱਚ ਵਾਪਰਿਆ। ਫਿਰ ਉਗੜ ਕੇ ਸਾਹਮਣੇ ਆਉਂਦਾ ਵੀ ਭਾਈ ਮਨੀ ਸਿੰਘ ਜੀ ਨੇ ਆਪਣਾ ਜੀਵਨ ਕਾਲ ਗੁਰੂ ਦਰਬਾਰ ਵਿੱਚ ਕਿਸ ਤਰ੍ਹਾਂ ਦਾ ਬਤੀਤ ਕੀਤਾ। ਉਹ ਇੱਕ ਤਰ੍ਹਾਂ ਦੇ ਸਮਰਪਿਤ ਗੁਰਸਿੱਖ ਸਨ। ਉਹ ਇੱਕ ਸੇਵਾ ਕਰਦਿਆਂ ਕਰਦਿਆਂ ਆਪਣੀ ਯੋਗਤਾ ਤੇ ਆਪਣੀ ਭਰੋਸੇਯੋਗਤਾ ਸਦਕਾ ਐਡੀ ਉੱਚੀ ਪਦਵੀ 'ਤੇ ਪਹੁੰਚੇ ਸਨ। ਵੈਸੇ ਵੀ ਗੁਰੂ ਦਰਬਾਰ ਦਾ ਅਸੂਲ ਰਿਹਾ, ਇੱਥੇ ਕੋਈ ਭਾਈ ਭਤੀਜਾਵਾਦ ਨਹੀਂ ਸੀ। ਤੁਸੀਂ ਵੇਖੋ ਗੁਰੂ ਨਾਨਕ ਮਹਾਰਾਜ ਨੇ ਆਪਣੀ ਜਗ੍ਹਾ 'ਤੇ ਚੋਣ ਕਿਹਦੀ ਕੀਤੀ? ਆਪਣੇ ਪੁੱਤਰ ਦੀ ਨਹੀਂ, ਸਿੱਖ ਦੀ। ਅਤੇ ਸਿੱਖ ਦੀ ਵੀ ਉਸ ਦੀ ਜਿਹੜਾ ਯੋਗ ਹੈ। ਮਾਣ ਸਨਮਾਨ ਸਭਨਾਂ ਨੂੰ ਹੈ, ਪਰ ਜਿਹੜਾ ਕਾਰਜ ਕਰਨ ਦੀ ਕੋਈ ਯੋਗਤਾ ਰੱਖਦਾ ਉਹ ਕਾਰਜ ਉਹਨੂੰ ਹੀ ਸੌਂਪਿਆ ਜਾਣਾ। ਸਾਡੇ ਅੱਜ ਵਰਗੇ ਹਾਲਾਤ ਥੋੜ੍ਹੀ ਸਨ ਕਿ ਹੁਣ ਜਿਹੜੇ ਮੇਰੇ ਵਰਗੇ ਇਨਸਾਨ ਨੂੰ ਵਿੱਦਿਆ ਦੇ ਖੇਤਰ ਦੀ ਸੋਝੀ ਨਹੀਂ, ਉਹ ਵਿੱਦਿਆ ਦੀ ਸੰਸਥਾ ਦਾ ਚੇਅਰਮੈਨ ਬਣ ਜਾਂਦਾ ਹੈ। ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਸੰਸਥਾ ਦਾ ਮੈਂ ਹੈੱਡ ਬਣਿਆ ਉਹਦੀ ਜ਼ਿੰਮੇਵਾਰੀ, ਉਹਦਾ ਕੰਮ ਕੀ, ਉਹਦਾ ਕਾਰਜ ਖੇਤਰ ਕੀ ਹੈ, ਉਹਦਾ ਫੀਲਡ ਕੀ ਹੈ। ਅੱਜ ਸਾਡੇ ਕੌਮੀ ਢਾਂਚੇ ਦੇ ਵਿੱਚ ਜਿਹੜਾ ਹੈ ਉਹ ਬੜੀਆਂ ਵੱਡੀਆਂ ਖਰਾਬੀ ਇਸੇ ਕਰਕੇ ਬ੍ਰੇਕਾਂ ਲੱਗੀਆਂ ਹੋਈਆਂ ਨੇ ਹਰ ਕੰਮ ਨੂੰ। ਉਹਨਾਂ ਸਮਿਆਂ 'ਚ ਐਸਾ ਨਹੀਂ ਸੀ ਹੁੰਦਾ। ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦਾ ਸਾਖੀ ਪੜ੍ਹਦੇ ਹਾਂ ਵੀ ਉਹ ਵੀ ਆਪਣੀ ਤਲਵਾਰ ਤਿੱਖੀ ਕਰਨ ਵਾਸਤੇ ਸਿਕਲੀਗੜ੍ਹ ਸਿੱਖ ਨੂੰ ਦੇ ਕੇ ਆਏ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਉਧਰ ਹੀ ਲੋਹਗੜ੍ਹ ਦੇ ਕਿਲ੍ਹੇ ਵਾਲੀ 10ਵੇਂ ਪਾਤਸ਼ਾਹ ਮਹਾਰਾਜ ਜੀ ਆਪਣੀ ਤਸ਼ਰੀਫ ਲਿਆਏ। ਅਤੇ ਜਿਸ ਵੇਲੇ ਕਾਰੀਗਰ ਨੂੰ ਪੁੱਛਿਆ ਮਹਾਰਾਜ ਨੇ, ਇਹ ਕਿਹਦੀ ਤਲਵਾਰ ਹੈ? ਕਹਿਣ ਲੱਗੇ ਜੀ ਭਾਈ ਨੰਦ ਲਾਲ ਸਾਹਿਬ ਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਿਸ ਵੇਲੇ ਭਾਈ ਨੰਦ ਲਾਲ ਜੀ ਉਹਨਾਂ ਨੂੰ ਮਿਲਣ ਆਏ ਤਾਂ ਮਹਾਰਾਜ ਨੇ ਪੁੱਛਿਆ ਵੀ ਤੁਸੀਂ ਤਲਵਾਰ ਕੀ ਕਰਨੀ ਹੈ? ਕਹਿਣ ਲੱਗੇ ਮਹਾਰਾਜ ਜੰਗਾਂ ਯੁੱਧਾਂ ਦਾ ਵਕਤ ਹੋ ਜਾਂਦਾ ਹੈ, ਲੋੜ ਪੈ ਸਕਦੀ ਹੈ, ਮੇਰੀ ਵੀ ਕਿਤੇ ਲੋੜ ਪਏਗੀ। ਮਹਾਰਾਜ ਮੁਸਕਰਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਵੀ ਗੱਲ ਤੁਹਾਡੀ ਠੀਕ ਹੈ, ਕਾਰਜ ਹਰ ਕੋਈ ਮਨੁੱਖ ਨੂੰ ਆਉਣਾ ਚਾਹੀਦਾ, ਲੋੜ ਪੈਣ ਦੇ ਉੱਤੇ ਕਿਸੇ ਵੀ ਹੁਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਅਸੀਂ ਤੁਹਾਨੂੰ ਇੰਨੀ ਸਲਾਹ ਦਿਆਂਗੇ ਵੀ ਤੁਸੀਂ ਕਲਮ ਦੀ ਸੇਵਾ ਵੱਧ ਕਰੋ। ਜੋ ਤੁਸੀਂ ਕਲਮ ਨਾਲ ਕਰ ਸਕਦੇ ਹੋ ਤਲਵਾਰ ਵਾਲਾ ਨਹੀਂ ਕਰ ਸਕਦਾ, ਔਰ ਜੋ ਤਲਵਾਰ ਵਾਲਾ ਕਰ ਸਕਦਾ ਹੋ ਸਕਦਾ ਉਹ ਕਲਮ ਵਾਲਾ ਜ਼ਿਆਦਾ ਨਾ ਕਰ ਸਕੇ। ਆਪਣਾ ਆਪਣਾ ਫੀਲਡ ਹੈ, ਆਪਣਾ ਆਪਣਾ ਕੰਮ ਹੈ। ਕੋਈ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾ ਸਕਦਾ। ਇਹਨੂੰ ਅਸੀਂ ਕਹਿੰਦੇ ਸਹਿਯੋਗ ਕਰਨਾ, ਕੋਆਪਰੇਸ਼ਨ ਕਰਨਾ। ਤੁਸੀਂ ਨੇਚਰ ਨੂੰ ਵੇਖੋ, ਸਾਰੀ ਨੇਚਰ ਜਿਹੜੀ ਹੈ ਨਾ ਕੰਪੀਟੀਸ਼ਨ ਨਹੀਂ ਕਰਦੀ, ਕੋਆਪਰੇਸ਼ਨ ਕਰਦੀ ਹੈ। ਸੂਰਜ ਦਾ ਚੰਦਰਮਾ ਨਾਲ ਕੋਈ ਕੰਪੀਟੀਸ਼ਨ ਨਹੀਂ, ਧਰਤੀ ਦਾ ਸੂਰਜ ਨਾਲ ਕੋਈ ਕੰਪੀਟੀਸ਼ਨ ਨਹੀਂ, ਕੋਆਪਰੇਸ਼ਨ ਹੈ, ਸਹਿਯੋਗ ਹੈ, ਮੁਕਾਬਲਾ ਕਿਤੇ ਨਹੀਂ। ਅਤੇ ਜੇਕਰ ਸਾਰੀ ਨੇਚਰ ਸਾਰੀ ਕੁਦਰਤ ਆਪਸੀ ਸਹਿਯੋਗ ਨਾਲ ਚੱਲਦੀ ਹੈ, ਮੁਕਾਬਲੇਬਾਜ਼ੀ ਨਾਲ ਨਹੀਂ। ਜੇ ਹਵਾ ਸੂਰਜ ਚੰਦ ਹਰ ਚੀਜ਼ ਦਾ ਇੱਕ ਦੂਜੀ ਨਾਲ ਮੁਕਾਬਲਾ ਹੋਵੇ ਤਾਂ ਤੁਸੀਂ ਵੇਖੋ ਸਭ ਤੈਸ਼ ਨੈਸ਼ ਨਾ ਹੋ ਜਾਏ। ਬੈਲੈਂਸ ਹੈ ਨਾ ਸਾਰਾ ਕੁਝ ਇਸੇ ਕਰਕੇ। ਅਤੇ ਜਿਹੜੇ ਪਰਿਵਾਰ ਨੇ ਚੰਗਾ ਚੱਲਣਾ ਹੋਵੇ ਨਾ ਉਹਨੂੰ ਵੀ ਸਹਿਯੋਗ ਕਰਨਾ ਚਾਹੀਦਾ, ਮੁਕਾਬਲੇਬਾਜ਼ੀ ਨਹੀਂ ਕਰਨੀ ਚਾਹੀਦੀ। ਅਤੇ ਜਿਹੜੀ ਸੰਸਥਾ ਨੇ ਚੰਗੇ ਢੰਗ ਨਾਲ ਚੱਲਣਾ ਹੋਵੇ ਉੱਥੇ ਵੀ ਹਰ ਬੰਦਾ ਇੱਕ ਦੂਜੇ ਨੂੰ ਕੋਆਪਰੇਟ ਕਰੇ, ਮੁਕਾਬਲੇਬਾਜ਼ੀ ਨਾ ਕਰੇ।
ਜਿੱਥੇ ਮੁਕਾਬਲੇਬਾਜ਼ੀ ਹੋਏਗੀ ਉੱਥੇ ਜਿੱਤ ਹਾਰ ਦੇ ਲਈ ਹਉਮੈ ਹੰਕਾਰ ਵਧੇਗਾ, ਈਰਖਾ ਵਧੇਗੀ, ਦਵੈਸ਼ ਵਧੇਗਾ, ਭੇਦ ਭਾਵ ਵਧੇਗਾ, ਪ੍ਰਾਪੋਗੰਡਾ ਵਧੇਗਾ। ਉੱਥੇ ਮਨੁੱਖ ਆਪਣੇ ਆਪ ਨੂੰ ਸ਼ੋਅ ਕਰੇ, ਉੱਥੇ ਕੋਈ ਮਿਸ਼ਨ ਨਹੀਂ ਹੁੰਦਾ, ਉੱਥੇ ਕੋਈ ਮਕਸਦ ਨਹੀਂ ਹੁੰਦਾ ਮਨੁੱਖ ਦਾ, ਉੱਥੇ ਆਪਣੇ ਆਪ ਨੂੰ ਸ਼ੋਅ ਕਰਨਾ ਮਕਸਦ ਰਹਿ ਜਾਂਦਾ। ਪਰ ਗੁਰੂ ਦਰਬਾਰ ਵਿੱਚ ਐਸੀਆਂ ਮਹਾਨ ਹਸਤੀਆਂ, ਮੈਂ ਬਾਬਾ ਬੁੱਢਾ ਜੀ ਦਾ ਜੀਵਨ ਪੜ੍ਹਦਾ ਤੇ ਹੈਰਾਨ ਹੁੰਦਾ। ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਉਹਨਾਂ ਨੇ ਸੇਵਾ ਕਮਾਈ ਹੈ। ਕਿੰਨੀਆਂ ਵੱਡੀਆਂ ਸੇਵਾਵਾਂ, ਕਿੰਨੇ ਔਖੇ ਦੌਰ ਵੇਖੇ। ਮੁੱਢਲੇ ਪੜਾਅ ਤੋਂ ਲੈ ਕੇ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਤੱਕ ਉਹਨਾਂ ਨੇ ਕਿੰਨਾ ਕੁਝ ਤੱਕਿਆ, ਹੰਢਾਇਆ, ਉਹ ਇਨਵੋਲਵ ਰਹੇ, ਸ਼ਾਮਲ ਰਹੇ, ਕਿੰਨੀ ਘਾਲਣਾ, ਕਿੰਨੀ ਸੇਵਾ, ਕਿੰਨੀ ਕਮਾਈ, ਕਿਤੇ ਆਪਾਂ ਨਹੀਂ ਜਤਾਇਆ। ਅਤੇ ਕੌਮਾਂ ਇਹੋ ਜਿਹੇ ਲੋਕਾਂ ਦੇ ਸਿਰ ਦੇ ਉੱਤੇ ਖਲੋਂਦੀਆਂ ਨੇ। ਕੌਮਾਂ ਜਿਹੜੀਆਂ ਨੇ, ਇਹੋ ਜਿਹੇ ਸਮਾਜ ਜਿਹੜੇ ਨੇ, ਇਹੋ ਜਿਹੇ ਲੋਕਾਂ ਸਿਰ 'ਤੇ ਤਰੱਕੀ ਕਰਦੇ ਨੇ। ਇਸ ਲਈ ਗੁਰੂ ਮਹਾਰਾਜ ਨੇ ਕਿਹਾ, ਜੇ ਤੁਸੀਂ ਕਿਸੇ ਆਦਰਸ਼ ਨੂੰ ਸਮਰਪਿਤ ਹੋ, ਜੇ ਤੁਸੀਂ ਕਿਸੇ ਅਸੂਲ ਨੂੰ ਸਮਰਪਿਤ ਹੋ, ਤਾਂ ਤੁਹਾਡੇ ਜੀਵਨ ਦਾ ਵਿਹਾਰ ਹੋਰ ਤਰ੍ਹਾਂ, ਤੁਹਾਡੇ ਕੋਲ ਧੀਰਜ ਹੋਏਗਾ, ਨਿਮਰਤਾ ਹੋਏਗੀ, ਸਹਿਣਸ਼ੀਲਤਾ ਹੋਏਗੀ, ਵਚਨਬੱਧਤਾ ਹੋਏਗੀ, ਇਮਾਨਦਾਰੀ ਹੋਏਗੀ, ਸਮਰਪਣ ਭਾਵ ਹੋਏਗਾ। ਤੁਸੀਂ ਦੂਜੇ ਨੂੰ ਸਹਿਯੋਗ ਕਰਕੇ ਚੱਲੋ, ਕਿਉਂਕਿ ਤੁਹਾਡਾ ਇੱਕ ਟੀਚਾ ਹੈ, ਤੁਹਾਡਾ ਇੱਕ ਮਕਸਦ ਹੈ, ਤੁਸੀਂ ਉਸ ਮਕਸਦ ਤੱਕ ਪਹੁੰਚਣਾ ਹੈ। ਉੱਥੇ ਸਾਡੀ ਹਉਮੈ ਦਾ ਕੋਈ ਮਸਲਾ ਨਹੀਂ ਹੁੰਦਾ। ਇਹੀ ਗੁਰੂ ਦਰਬਾਰ ਦੀ ਸਿੱਖਿਆ। ਔਰ ਜਿੰਨੀ ਵੀ ਲੀਡਰਸ਼ਿਪ ਗੁਰੂ ਕਾਲ ਦੇ ਵਿੱਚ ਘੜੀ ਗਈ ਹੈ, ਉਹ ਸਾਰੀ ਇਸੇ ਹੀ ਕੁਠਾਲੀ ਵਿੱਚ ਪਾ ਕੇ ਉਸ ਨੂੰ ਕੁੰਦਨ ਬਣਾਇਆ ਗਿਆ, ਸ਼ੁੱਧ ਕੀਤਾ ਗਿਆ। ਉਹਨਾਂ ਲਈ ਲਾਜ਼ਮੀ ਸੀ ਸੇਵਾ, ਉਹਨਾਂ ਲਈ ਲਾਜ਼ਮੀ ਸੀ ਸਹਿਯੋਗ, ਉਹਨਾਂ ਲਈ ਲਾਜ਼ਮੀ ਸੀ ਵੀ ਉਹ ਸਮਰਪਣ ਭਾਵ ਵਾਲੇ ਹੋਣ, ਉਹਨਾਂ ਲਈ ਲਾਜ਼ਮੀ ਸੀ ਵੀ ਉਹਨਾਂ ਨੇ ਆਪਣੇ ਅੰਦਰ ਦੀਆਂ ਉਹਨਾਂ ਕਮੀਆਂ ਨੂੰ ਜਿੱਤਿਆ ਹੋਇਆ ਹੋਵੇ ਅਤੇ ਉਹ ਆਪਣੇ ਆਪ ਉੱਤੇ ਵਰਕ ਕਰਨ। ਸਭ ਤੋਂ ਪਹਿਲਾਂ ਹਉਮੈ ਦਾ ਪ੍ਰਗਟਾਵਾ ਨਾ ਕਰਨ, ਕਿਸੇ ਗੁਰ ਭਾਈ ਨਾਲ ਈਰਖਾ ਨਾ ਕਰਨ, ਕਿਸੇ ਨਾਲ ਨਫ਼ਰਤ ਨਾ ਕਰਨ, ਭੇਦ ਭਾਵ ਨਾ ਕਰਨ, ਤਾਂ ਅੱਗੇ ਵਧਿਆ ਜਾ ਸਕਦਾ ਹੈ। ਗੁਰੂ ਪਾਤਸ਼ਾਹ ਨੇ ਕਿਸੇ ਐਸੇ ਮਨੁੱਖ ਨੂੰ ਜ਼ਿੰਮੇਵਾਰੀ ਕਦੇ ਨਹੀਂ ਸੀ ਦਿੱਤੀ ਜਿਹੜਾ ਮਨੁੱਖ ਈਰਖਾ ਦਾ ਭਰਿਆ ਹੋਵੇ, ਨਫ਼ਰਤ ਦਾ ਭਰਿਆ ਹੋਵੇ। ਗੁਰੂ ਦਰਬਾਰ, ਗੁਰੂ ਪਰਿਵਾਰ ਵਿੱਚੋਂ ਵੀ ਐਸੇ ਵਿਅਕਤੀ ਹੋਏ ਜਿਨ੍ਹਾਂ ਨੂੰ ਹਉਮੈ ਦਾ ਰੋਗ ਕਿਤੇ ਨਾ ਕਿਤੇ ਹੋ ਜਾਂਦਾ ਹੈ। ਸਤਿਗੁਰੂ ਨੇ ਉਹਨਾਂ ਨੂੰ ਵੀ ਮੁੱਢਲੀਆਂ ਸੇਵਾਵਾਂ ਤੋਂ ਦੂਰ ਰੱਖਿਆ, ਇਹ ਇਸ ਯੋਗ ਨਹੀਂ ਹਨ। ਅੱਜ ਤੁਸੀਂ ਵੇਖੋ, ਸਾਡਾ ਸਮੁੱਚਾ ਦਰੋਬਦਾਰ ਹਉਮੈ 'ਤੇ ਖੜ੍ਹਾ ਹੈ, ਅਹੰਕਾਰ 'ਤੇ ਖੜ੍ਹਾ ਹੈ। ਮੇਰੇ ਵਰਗਾ ਸ਼ਖਸ ਪਾਠ ਹੀ 2 ਵਾਰ ਕਰ ਲਏ ਅਤੇ ਉਹ ਦੂਜਿਆਂ ਨੂੰ ਜਤਾਉਣੋਂ ਨਹੀਂ ਹਟਦਾ ਵੀ ਮੈਂ ਖੌਰੇ ਕੀ ਕਰ ਲਿਆ। ਥੋੜ੍ਹੀ ਸੇਵਾ ਵੱਧ ਕਰ ਲਈ ਅਤੇ ਆਪਣੇ ਆਪ ਨੂੰ ਅਸੀਂ ਐਵੇਂ ਸ਼ੋਅ ਕਰਦੇ ਹਾਂ ਵੀ ਸਾਰਾ ਧਰਮ ਮੇਰੇ ਸਿਰ 'ਤੇ ਖੜ੍ਹਾ ਹੈ। ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਹਉਮੈ ਨੂੰ ਮਾਰਨ ਲਈ, ਹਉਮੈ ਨੂੰ ਕੰਟਰੋਲ ਕਰਨ ਵਾਸਤੇ ਹੀ ਸੇਵਾ ਕਰਨੀ ਹੈ, ਪਾਠ ਕਰਨਾ ਹੈ। ਰੋਗ ਵਧਾਉਣਾ ਨਹੀਂ, ਇਹਨਾਂ ਚੀਜ਼ਾਂ ਨਾਲ ਰੋਗ ਘਟਾਉਣਾ ਹੈ। ਤਾਂ ਹੀ ਗੁਰੂ ਦੇ ਸੱਚੇ ਸਿੱਖ ਬਣਿਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਇਹਨੂੰ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਤਾਂ 9ਵੇਂ ਗੁਰੂਦੇਵ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਦੇ ਹਜ਼ੂਰ ਵੱਡੀਆਂ ਵਡਮੁੱਲੀਆਂ ਸੇਵਾਵਾਂ ਕੀਤੀਆਂ, ਧਰਮ ਪ੍ਰਚਾਰ ਲਈ ਦੂਰ ਦਰਾਜ਼ ਗਏ। 10ਵੇਂ ਪਾਤਸ਼ਾਹ ਦਾ ਵਕਤ ਆਉਂਦਾ, 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ। 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਜਿਸ ਵੇਲੇ ਤੁਸੀਂ ਜ਼ਿਕਰ ਪੜ੍ਹਦੇ ਹੋ ਨਾ, ਤੇ ਦਿੱਲੀ ਦਾ ਇੱਕ ਧਨਾਢ ਵਪਾਰੀ ਭਾਈ ਲੱਖੀ ਰਾਏ ਵਣਜਾਰੇ ਦਾ ਇਤਿਹਾਸ ਤੁਸੀਂ ਪੜ੍ਹਦੇ ਹੋ, ਨਾਂ ਤਾਂ ਸੁਣਦੇ ਹੀ ਹੋ। ਭਾਈ ਮਨੀ ਸਿੰਘ ਜੀ ਦਾ ਸਹੁਰਾ ਸੀ ਭਾਈ ਲੱਖੀ ਰਾਏ ਵਣਜਾਰਾ, ਕਿਉਂਕਿ ਇਹ ਵੀ ਪਰਿਵਾਰ ਬੜਾ ਧਨਾਢ ਸੀ, ਧਨੀ ਸੀ। ਭਾਈ ਲੱਖੀ ਰਾਏ ਵੀ ਧਨੀ ਪਰਿਵਾਰ ਸੀ, ਔਰ ਦੋਵੇਂ ਪਰਿਵਾਰ ਹੀ ਗੁਰੂ ਨਾਨਕ ਦੀ ਸਿੱਖੀ ਨਾਲ ਜੁੜੇ ਹੋਏ ਨੇ। ਆਪਸ ਵਿੱਚ ਰਿਸ਼ਤੇਦਾਰੀਆਂ ਵੀ ਇਸੇ ਕਰਕੇ ਨੇ। ਹੋਰ ਅੱਗੇ ਚੱਲੀਏ ਤੇ 10ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਦੇ ਵਿੱਚ ਜੰਗਾਂ, ਯੁੱਧਾਂ ਦਾ ਮਾਹੌਲ ਬਣਿਆ ਰਿਹਾ। ਭੰਗਾਣੀ ਦੀ ਪਹਿਲੀ ਜੰਗ ਹੈ ਜਿਹੜੀ 1688 ਈਸਵੀ ਦੇ ਵਿੱਚ, ਭੰਗਾਣੀ ਇੱਕ ਪਿੰਡ ਦਾ ਨਾਂ, ਉਹਦੀ ਜੂਹ ਦੇ ਵਿੱਚ ਜੰਗ ਹੋਈ, ਇਸ ਕਰਕੇ ਪਿੰਡ ਦੇ ਨਾਂ ਤੋਂ ਭੰਗਾਣੀ ਦਾ ਯੁੱਧ ਉਹਨੂੰ ਕਿਹਾ ਜਾਂਦਾ। ਸਤਿਗੁਰੂ ਮਹਾਰਾਜ ਨੇ ਪਾਉਂਟਾ ਸਾਹਿਬ ਵਿਖੇ ਉਦੋਂ ਆਪਣੇ ਆਸਣ ਲਾਏ ਹੋਏ ਸਨ, ਅਤੇ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਜੰਗ 1688 ਦੀ ਭੰਗਾਣੀ ਦੀ ਜੰਗ ਹੋਈ। ਇਸ ਜੰਗ ਵਿੱਚ ਭਾਈ ਮਨੀ ਸਿੰਘ ਜੀ ਖੁਦ ਸ਼ਾਮਲ ਸਨ। ਇਸ ਤੋਂ ਬਾਅਦ ਜਿਸ ਵੇਲੇ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ 1699 ਦੀ ਵਿਸਾਖੀ ਨੂੰ, ਖੰਡੇ ਕੀ ਪੌਲ ਸਹਿਤ ਪਰਿਵਾਰ ਭਾਈ ਮਨੀ ਸਿੰਘ ਜੀ ਨੇ ਧਾਰਨ ਕੀਤੀ। ਫਿਰ ਜੰਗਾਂ ਦਾ ਐਸਾ ਕੁ ਦੌਰ ਚੱਲਿਆ, ਪਹਾੜੀ ਰਾਜੇ ਬਾਰ-ਬਾਰ ਟਰਬਲ ਦਿੰਦੇ ਸਨ, ਫੌਜਾਂ ਲੈ ਕੇ ਚੜ੍ਹ ਆਉਂਦੇ ਸਨ,
ਉਹਨਾਂ ਦੇ ਆਪਣੇ ਕੁਝ ਰੀਜ਼ਨ ਸਨ ਵੀ ਉਹ ਕਿਉਂ ਲੜਨ ਆਉਂਦੇ ਸਨ। ਇੱਕ ਤਾਂ ਉਹਨਾਂ 'ਚ ਇੱਕ ਹੁੰਦਾ ਰਾਇਲ ਬਲੱਡ, ਅਸੀਂ ਪੜ੍ਹਦੇ ਹਾਂ ਰਾਇਲ ਬਲੱਡ, ਜਿਹਨੂੰ ਕਿਹਾ ਜਾਂਦਾ ਸ਼ਾਹੀ ਖੂਨ। ਪੀੜ੍ਹੀ ਦਰ ਪੀੜ੍ਹੀ ਰਾਜਾ ਨਿਕੰਮਾ ਹੋਵੇ, ਉਹਦਾ ਪੁੱਤਰ ਨਿਕੰਮਾ ਹੋਵੇ, ਤਖਤ 'ਤੇ ਉਹੀ ਬੈਠੇਗਾ, ਕਿਉਂਕਿ ਉਹ ਸ਼ਾਹੀ ਖੂਨ ਹੈ। ਅਤੇ ਸ਼ਾਹੀ ਖੂਨ ਸਤਿਕਾਰ ਦਾ ਪਾਤਰ ਹੈ। ਉਹ ਲੱਖ ਗਲਤ ਹਰਕਤਾਂ ਕਰੇ, ਪਾਪ ਕਰੇ, ਧੱਕਾ ਕਰੇ, ਮੂਰਖ ਹੋਵੇ, ਬੇਈਮਾਨ ਹੋਵੇ, ਪ੍ਰਜਾ ਕਿੰਨੀ ਵੀ ਸਿਆਣੀ ਹੋਵੇ, ਉਹਨਾਂ ਨੂੰ ਸਲੂਟ ਕਰਨਾ ਹੀ ਪਏਗਾ, ਕਿਉਂਕਿ ਉੱਥੇ ਸਿਆਣਪ, ਅਕਲ, ਸੋਝੀ, ਚੰਗਿਆਈ, ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ। ਇੱਥੇ ਰਾਇਲ ਬਲੱਡ ਦਾ ਮਤਲਬ ਹੈ ਵੀ ਸ਼ਾਹੀ ਖੂਨ ਬੜਾ ਪਵਿੱਤਰ ਹੁੰਦਾ ਹੈ। ਰਾਜਪੂਤ ਔਰ ਪਹਾੜੀ ਰਾਜਿਆਂ ਦੇ ਦਿਲ ਦਿਮਾਗ ਵਿੱਚ ਇਹ ਚੀਜ਼ ਡੂੰਘੀ ਧਸੀ ਵੀ ਸਾਡਾ ਇੱਕ ਤਾਂ ਪੋਜੀਸ਼ਨ ਉੱਚੀ ਹੈ ਸੁਸਾਇਟੀ ਵਿੱਚ, ਸਮਾਜ ਵਿੱਚ, ਸਾਡਾ ਰਾਇਲ ਬਲੱਡ ਹੈ, ਸ਼ਾਹੀ ਖੂਨ ਹੈ। ਫਿਰ ਉਹ ਜਾਤ ਪਾਤ ਨੂੰ ਮੰਨਣ ਵਾਲੇ ਸਨ। ਚੌਥਾ, ਉਹਨਾਂ ਨੂੰ ਪੰਡਤ ਭੜਕਾਉਂਦੇ ਰਹਿੰਦੇ ਸਨ ਵੀ ਗੁਰੂ ਦਰਬਾਰ 'ਚ ਵੇਖੋ ਮਹਾਰਾਜ ਬਿਨਾਂ ਜਾਤ ਪਾਤ ਦੇ ਭੇਦਭਾਵ ਸਾਰਿਆਂ ਨੂੰ ਇਕੱਠੇ ਹੀ ਬਿਠਾ ਕੇ ਪ੍ਰਸ਼ਾਦਾ ਛਕਾ ਦਿੰਦੇ ਨੇ। ਇਹ ਤਾਂ ਕਿਸੇ ਚੀਜ਼ ਨੂੰ ਨਹੀਂ ਮੰਨਦੇ, ਇਹ ਵੇਦਾਂ ਸਿਮਰਤੀਆਂ ਨੂੰ ਨਹੀਂ ਮੰਨਦੇ, ਵੇਖੋ ਇਹ ਤਾਂ ਸਾਡੇ ਵਰਗੀਆਂ ਸਾਰੇ ਵਿਸ਼ਵਾਸਾਂ ਨੂੰ ਨਕਾਰ ਦਿੰਦੇ ਨੇ। ਇਹ ਉਹਨਾਂ ਭਗਤਾਂ ਦੀ ਬਾਣੀ ਨੂੰ ਰੱਬੀ ਬਾਣੀ, ਰੱਬੀ ਕਲਾਮ ਕਹਿੰਦੇ ਨੇ, ਜਿਹੜੇ ਭਗਤ ਤਥਾ ਕਥਿਤ ਨੀਵੀਆਂ ਪਛੜੀਆਂ ਸ਼੍ਰੇਣੀਆਂ ਵਿੱਚ ਪੈਦਾ ਹੋਏ। ਜਿਸ ਵੇਲੇ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ, ਉਹਨਾਂ ਨੂੰ ਹੋਰ ਸੱਤੀ ਕੱਪੜੀ ਅੱਗ ਲੱਗ ਗਈ। ਇਤਿਹਾਸ ਵਿੱਚ ਜਿੰਨੀਆਂ ਘਟਨਾਵਾਂ ਘਟੀਆਂ ਨੇ, ਉਹਨਾਂ ਦੇ ਪਿੱਛੇ ਕੁਝ ਰੀਜ਼ਨ ਨੇ, ਕੁਝ ਕਾਰਨ ਨੇ, ਵਾਪਰੇ ਨੇ, ਫਿਲੋਸਫੀਕਲ ਟਕਰਾਅ ਨੇ, ਕੁਝ ਹਿੱਤਾਂ ਦੇ ਟਕਰਾਅ ਨੇ। ਤਾਂ ਉਹ ਕੀ ਕਰਦੇ ਵੀ ਫੌਜ ਲੈ ਕੇ ਚੜ੍ਹ ਆਉਂਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਂ ਤਾਂ ਇਲਾਕਾ ਛੱਡ ਜਾਣ ਅਤੇ ਜਾਂ ਅਸੀਂ ਇਹਨਾਂ ਦੀ ਤਾਕਤ ਖਤਮ ਕਰ ਦਈਏ, ਇਹਨਾਂ ਨੂੰ ਡਰਾ ਲਈਏ, ਦੁਬੇਲ ਬਣਾ ਰਹੀਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਆਤਮ ਰੱਖਿਆ ਦੇ ਲਈ ਜੰਗਾਂ ਲੜੀਆਂ। ਲੋਹਗੜ੍ਹ ਦੀ ਜੰਗ ਬੜੀ ਮਸ਼ਹੂਰ ਜੰਗ ਹੈ, ਜਿਹੜੀ 1700 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤ ਉੱਤੇ ਲੜੀ ਗਈ। ਔਰ ਇਸ ਜੰਗ ਦਾ ਨਾਇਕ ਭਾਈ ਬਚਿੱਤਰ ਸਿੰਘ ਹੈ, ਜਿਸ ਨੇ ਨਾਗਣੀ ਵਰਸ਼ੇ ਨਾਲ ਖੂਨੀ ਸ਼ਰਾਬੀ ਹਾਥੀ ਦਾ ਮੁਕਾਬਲਾ ਕੀਤਾ। ਭਾਈ ਮਨੀ ਸਿੰਘ ਦਾ ਪੁੱਤਰ ਹੈ। ਕਿੰਨੇ ਹੀ ਪਰਿਵਾਰ ਦੇ ਜੀ, ਭਾਈ ਉਦੈ ਸਿੰਘ ਦਾ ਨਾਂ ਇਤਿਹਾਸ ਵਿੱਚ ਆਉਂਦਾ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਜ਼ੂਰੀ 'ਚ ਭਾਈ ਆਲਮ ਸਿੰਘ ਚੌਰ ਬਰਦਾਰ ਦਾ ਨਾਂ ਆਉਂਦਾ ਹੈ, ਭਾਈ ਅਨਕ ਸਿੰਘ, ਅਜਾਇਬ ਸਿੰਘ, ਕਿੰਨੇ ਹੀ ਨਾਂ। ਕੋਈ ਭਾਈ ਮਨੀ ਸਿੰਘ ਦਾ ਭਰਾ ਲੱਗਦਾ ਅਤੇ ਕੋਈ ਪੁੱਤਰ ਲੱਗਦਾ। ਇੰਨੀਆਂ ਵੱਡੀਆਂ ਕੁਰਬਾਨੀਆਂ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਨੇ ਗੁਰੂ ਨਾਨਕ ਦੀ ਸਿੱਖੀ ਵਾਸਤੇ ਕੀਤੀਆਂ। ਔਰ ਮੈਂ ਬੇਨਤੀ ਕਰ ਰਿਹਾ, 56 ਜੀ ਉਹਨਾਂ ਦੇ ਪਰਿਵਾਰ ਦੇ, 56, 8 ਤੇ ਪੁੱਤਰ ਹੀ ਉਹਨਾਂ ਦੇ ਸ਼ਹੀਦ ਹੋਏ। ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਜਿਸ ਮਾਂ ਬਾਪ ਦੇ 8 ਪੁੱਤਰ ਸ਼ਹੀਦ ਹੋਣ, ਜਿਨ੍ਹਾਂ ਦੇ ਜਿਹੜੇ 12 ਭਰਾਵਾਂ ਦੇ ਵਿੱਚੋਂ 11 ਭਰਾ ਸ਼ਹੀਦ ਹੋ ਜਾਣ, ਤੁਸੀਂ ਅੰਦਾਜ਼ਾ ਲਾ ਕੇ ਵੇਖੋ ਉਸ ਪਰਿਵਾਰ ਦਾ। ਦਾਦੇ ਤੋਂ ਲੈ ਕੇ ਇਹ ਇੱਕ ਐਸੀ ਪਰੰਪਰਾ ਚੱਲ ਪਈ ਵੀ ਗੁਰੂ ਦਰਬਾਰ ਦੀ ਸੇਵਾ ਲਈ ਜੀਵਤ ਵੀ ਰੱਜ ਕੇ ਸੇਵਾ ਕਮਾਈ, ਅਤੇ ਜਦੋਂ ਜ਼ਰੂਰਤ ਪਈ, ਮਾਹੌਲ ਐਸੇ ਬਣੇ, ਉਦੋਂ ਅੱਗੇ ਹੋ ਕੇ ਜਾਨਾਂ ਵੀ ਕੁਰਬਾਨ ਕੀਤੀਆਂ। ਭਾਈ ਮਨੀ ਸਿੰਘ ਜੀ ਦਾ ਜੀਵਨ ਸੱਚਮੁੱਚ ਬੜਾ ਲਾਸਾਨੀ, ਬੜਾ ਬਹਾਦਰੀ ਭਰਿਆ ਜੀਵਨ, ਬੜਾ ਸਟਰਗਲ ਭਰਿਆ ਜੀਵਨ ਹੈ। ਔਰ ਮੈਂ ਬੇਨਤੀ ਕੀਤੀ ਵੀ 90 ਸਾਲ ਤੋਂ ਉੱਤੇ ਦੀ ਉਹਨਾਂ ਦੀ ਉਮਰ ਸੀ। ਤੁਸੀਂ ਜੋੜ ਕਰਕੇ ਵੇਖ ਲਓ, 1644 ਈਸਵੀ ਦੇ ਵਿੱਚ ਤੋਂ ਲੈ ਕੇ 34 ਈਸਵੀ ਤੱਕ, 1734 ਤੱਕ, 90 ਸਾਲ ਤੋਂ ਉੱਤੇ ਦਾ ਥੋੜ੍ਹਾ ਜਿਹਾ ਵਕਤ ਬਣਦਾ, ਕੁਝ ਮਹੀਨੇ ਦਾ। 90 ਸਾਲਾਂ ਵਿੱਚੋਂ 77 ਸਾਲ ਆਪਣੀ ਜ਼ਿੰਦਗੀ ਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੱਕ। ਔਰ 10ਵੇਂ ਪਾਤਸ਼ਾਹ ਮਹਾਰਾਜ 1708 ਵਿੱਚ ਜੋਤੀ ਜੋਤ ਸਮਾਏ, 1708 ਤੋਂ ਲੈ ਕੇ 1734 ਈਸਵੀ ਤੱਕ। ਬੜੇ ਵਿਖੜੇ ਦੌਰ, ਵਿਖੜੇ ਵਕਤ ਵਿੱਚ ਗੁਰੂ ਦਰਬਾਰ ਦੀਆਂ ਸਿੱਖੀ ਦੀ ਪ੍ਰਫੁੱਲਤਾ ਲਈ, ਕੌਮ ਦੀ ਚੜ੍ਹਦੀ ਕਲਾ ਲਈ, ਸਿੱਖੀ ਦੀ ਹੋਂਦ ਲਈ, ਸਿੱਖੀ ਦੀ ਸਥਾਪਤੀ ਲਈ ਭਾਈ ਮਨੀ ਸਿੰਘ ਜੀ ਨੇ ਅਥਾਹ ਕੁਰਬਾਨੀਆਂ ਕੀਤੀਆਂ। ਆਪਾਂ ਯਤਨ ਕਰਾਂਗੇ ਰਹਿੰਦੇ ਸਮੇਂ ਵਿੱਚ ਉਹਨਾਂ ਦੀ ਸ਼ਹਾਦਤ ਬਾਰੇ 4 ਸ਼ਬਦ ਆਪਾਂ ਸਾਂਝੇ ਕਰੀਏ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਓ ਬੜੇ ਪਿਆਰ ਸਹਿਤ ਭਾਈ ਮੁਖਤਿਆਰ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸ਼ਰਵਣ ਕਰੋ। ਭੁੱਲ ਚੁੱਕ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।